ਹੈਲੋ ਸਟੂਡੈਂਟਸ ਅੱਜ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਕਲਾਸ 11th ਵਾਤਾਵਰਣ ਸਿੱਖਿਆ ਦਾ ਸੈਕਿੰਡ ਚੈਪਟਰ ਵਸੋਂ ਅਤੇ ਵਾਤਾਵਰਣ ਕਰਨ ਜਾ ਰਹੇ ਹਾਂ। ਸਟੂਡੈਂਟਸ ਇਹਦੇ ਵਿੱਚ ਅਸੀਂ ਇਹ ਦੇਖਾਂਗੇ ਕਿ ਵਾਟ ਇਜ਼ ਪਾਪੂਲੇਸ਼ਨ ਕੀ ਹੁੰਦੀ ਹੈ ਔਰ ਉਹਦਾ ਇਨਵਾਇਰਮੈਂਟ ਦੇ ਉੱਪਰ ਕੀ ਇਫੈਕਟ ਹੈ ਔਰ ਇੱਕ ਦੋ ਵਸੋਂ ਦੇ ਸਿਧਾਂਤ ਕਰਾਂਗੇ। ਸੋ ਦ ਫਸਟ ਥਿੰਗ ਇਜ਼ ਕਿ ਜਨਸੰਖਿਆ ਹੁੰਦੀ ਕੀ ਹੈ। ਕਿਸੇ ਇੱਕ ਖਾਸ ਭੂਗੋਲਿਕ ਖੇਤਰ ਇੱਕ ਜਿਓਗ੍ਰਾਫਿਕਲ ਏਰੀਆ ਵਿੱਚ ਰਹਿਣ ਵਾਲੇ ਜੀਵਾਂ ਦੀ ਗਿਣਤੀ ਨੂੰ ਜਨਸੰਖਿਆ ਕਿਹਾ ਜਾਂਦਾ ਹੈ। ਜੇ ਇਨਵਾਇਰਮੈਂਟ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਏ ਤਾਂ ਇੱਕ ਜਿਓਗ੍ਰਾਫਿਕਲ ਏਰੀਏ ਵਿੱਚ ਉਹ ਲੋਕ ਉਹਨਾਂ ਜੀਵਾਂ ਦਾ ਸਮੂਹ ਜਿਹੜੇ ਕਿ ਇਨਵਾਇਰਮੈਂਟ ਦੇ ਉੱਪਰ ਪਰਟੀਕੂਲਰ ਕੋਈ ਇਫੈਕਟ ਪਾ ਰਿਹਾ, ਇਨਵਾਇਰਮੈਂਟ ਨੂੰ ਕੋਈ ਬੈਨੀਫਿਟ ਹੋ ਰਿਹਾ ਜਾਂ ਜਿਸ ਇਨਵਾਇਰਮੈਂਟ ਦੇ ਵਿੱਚੋਂ ਵਿਚਰ ਰਿਹਾ, ਜਿੱਥੇ ਉਹ ਰਹਿ ਰਿਹਾ ਉਹਨੂੰ ਕੋਈ ਨੁਕਸਾਨ ਹੋ ਰਿਹਾ, ਕੋਈ ਬੈਨੀਫਿਟ ਹੋ ਰਿਹਾ, ਤਾਂ ਪਰਟੀਕੂਲਰ ਉਹਨਾਂ ਇਨਵਾਇਰਮੈਂਟ 'ਤੇ ਜੋ ਉਹਦਾ ਪ੍ਰਭਾਵ ਪੈ ਰਿਹਾ ਜਿਨ੍ਹਾਂ ਜੀਵਾਂ ਦਾ, ਉਹ ਜੀਵਾਂ ਦੀ ਗਿਣਤੀ ਨੂੰ ਅਸੀਂ ਜਨਸੰਖਿਆ ਦੇ ਵਿੱਚ ਕਾਊਂਟ ਕਰਦੇ ਹਾਂ। ਨੈਕਸਟ, ਡੈਮੋਗ੍ਰਾਫੀ। ਅਲੱਗ-ਅਲੱਗ ਪੱਖਾਂ ਤੋਂ ਜਨਸੰਖਿਆ ਦੀ ਸਟੱਡੀ ਕਰਨੀ, ਉਹਨੂੰ ਅਸੀਂ ਕਹਿੰਦੇ ਹਾਂ ਜਨ ਅੰਕਨ। Study of population. This is called demography. ਜਨ ਅੰਕਨ ਦੇ ਜੇ ਅਸੀਂ ਅਲੱਗ-ਅਲੱਗ ਪੱਖਾਂ ਦੀ ਗੱਲ ਕਰੀਏ ਤਾਂ ਜਨਸੰਖਿਆ ਦੇਖੋ ਦੋ ਚੀਜ਼ਾਂ ਨਾਲ ਪ੍ਰਭਾਵਿਤ ਹੁੰਦੀ ਹੈ। ਜਾਂ ਤਾਂ ਜਨਸੰਖਿਆ ਪਾਪੂਲੇਸ਼ਨ ਹੈ ਗਰੋ ਕਰ ਰਹੀ ਹੈ ਜਾਂ ਫਿਰ ਉਹ ਘਟ ਰਹੀ ਹੈ। ਵਧਣ ਦੇ ਦੋ ਮੇਨ ਪੱਖ ਹੈ, ਸਰ ਬਰਥ ਰੇਟ ਇਨਕਰੀਜ਼ ਹੋ ਗਈ ਹੈ ਜਾਂ ਆਪਰਵਾਸ ਮਤਲਬ ਇਮੀਗ੍ਰੇਸ਼ਨ। ਬਾਹਰਲੇ ਏਰੀਆ ਦੇ ਵਿੱਚੋਂ ਲੋਕ ਸਾਡੇ ਏਰੀਆ ਦੇ ਵਿੱਚ ਆ ਰਹੇ ਹੈ ਤਾਂ ਜਨਸੰਖਿਆ ਵੱਧ ਸਕਦੀ ਹੈ, ਜਾਂ ਬਰਥ ਰੇਟ ਵੱਧ ਗਈ ਹੈ ਤਾਂ ਵੱਧ ਸਕਦੀ ਹੈ। ਔਰ ਸੈਕਿੰਡ ਵਸੋਂ ਡਿਕਰੀਜ਼ ਹੋ ਰਹੀ ਹੈ, ਪਾਪੂਲੇਸ਼ਨ ਘਟ ਰਹੀ ਹੈ, ਤਾਂ ਉਹ ਵੀ ਸਾਡੇ ਕੋਲੇ ਦੋ ਮੇਨ ਰੀਜ਼ਨਸ ਹੋ ਸਕਦੇ ਆ। ਜਾਂ ਤਾਂ ਡੈਥ ਰੇਟ ਵੱਧ ਗਈ ਹੈ ਤਾਂ ਵਸੋਂ ਘਟ ਸਕਦੀ ਹੈ, ਜਾਂ ਫਿਰ ਉਤਪਰਵਾਸ ਮੀਨ ਸਾਡੇ ਏਰੀਏ ਦੇ ਵਿੱਚੋਂ ਲੋਕ ਐਮੀਗ੍ਰੇਟ ਹੋ ਰਹੇ ਹੈ, ਉਤਪਰਵਾਸ ਹੋ ਰਿਹਾ, ਬਾਹਰ ਜਾ ਰਹੇ ਆ, ਬਾਹਰਲੀਆਂ ਕੰਟਰੀਜ਼ ਦੇ ਵਿੱਚ ਜਾ ਰਹੇ ਆ, ਤਾਂ ਉਹਦੇ ਨਾਲ ਸਾਡੀ ਜਿਹੜੀ ਪਾਪੂਲੇਸ਼ਨ ਹੈ ਉਹ ਘਟ ਜੇਗੀ। ਕੁਝ ਟਰਮਸ ਨੇ ਜੋ ਅਸੀਂ ਡੈਮੋਗ੍ਰਾਫੀ ਦੇ ਵਿੱਚ ਪੜ੍ਹਨੀ ਹੈ। ਦ ਮੋਸਟ ਇੰਪੋਰਟੈਂਟ ਟਰਮਸ ਜੋ ਅਸੀਂ ਡੈਮੋਗ੍ਰਾਫੀ ਦੇ ਵਿੱਚ ਪੜ੍ਹਦੇ ਹਾਂ, ਜਨ ਅੰਕਨ ਸੰਬੰਧੀ ਕੁਝ ਸ਼ਬਦਾਵਲੀ। ਫਸਟ ਇਜ਼ ਪਾਪੂਲੇਸ਼ਨ ਡੈਂਸਿਟੀ। ਪਾਪੂਲੇਸ਼ਨ ਡੈਂਸਿਟੀ ਵਸੋਂ ਘਣਤਾ ਉਹਨੂੰ ਕਹਿੰਦੇ ਹੈ ਜੋ ਇੱਕ ਇਕਾਈ ਖੇਤਰ ਵਿੱਚ ਵਿਅਕਤੀ ਰਹਿ ਰਿਹਾ, ਉਹਨਾਂ ਦੀ ਕੁੱਲ ਗਿਣਤੀ। ਇੱਕ ਵਰਗ ਕਿਲੋਮੀਟਰ ਵਿੱਚ ਰਹਿਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ। ਇਟ ਡਜ਼ ਨਾਟ ਡਿਪੈਂਡ ਅਪੋਨ ਦ ਏਰੀਆ। ਇਹ ਏਰੀਆ 'ਤੇ ਡਿਪੈਂਡ ਨਹੀਂ ਕਰਦਾ। ਦੇਖੋ, ਦਿਸ ਇਜ਼ ਵਨ ਏਰੀਆ, ਅਨਦਰ ਇਜ਼ ਦਿਸ ਏਰੀਆ। ਤਾਂ ਇੱਥੇ ਜਿਹੜੇ ਲੋਕ ਰਹਿ ਰਹੇ ਆ, ਇੱਥੇ ਜਿਹੜੇ ਲੋਕ ਰਹਿ ਰਹੇ ਆ ਔਰ ਇੱਥੇ ਜਿਹੜੇ ਲੋਕ ਰਹਿ ਰਹੇ ਆ, ਤਾਂ ਇੱਥੇ ਡੈਂਸਿਟੀ ਵਸੋਂ ਘਣਤਾ ਜ਼ਿਆਦਾ ਹੈ, ਆ ਵਸੋਂ ਘਣਤਾ ਘੱਟ ਹੈ। ਤਾਂ ਦੇਅਰ ਇਜ਼ population density is more and here is population density is less. The next term is ਜਨਮ ਦਰ ਪ੍ਰਤੀ ਸਾਲ ਪ੍ਰਤੀ ਹਜ਼ਾਰ ਵਿਅਕਤੀਆਂ ਪਿੱਛੇ ਹੋਣ ਵਾਲੇ ਜਨਮਾਂ ਦੀ ਗਿਣਤੀ, ਉਹਨੂੰ ਅਸੀਂ ਕਹਿੰਦੇ ਆ ਬਰਥ ਰੇਟ। ਜਨਮ ਦਰ ਨੂੰ ਅਸੀਂ ਨੈਟੈਲਿਟੀ ਰੇਟ ਵੀ ਕਹਿੰਦੇ ਹਾਂ, ਨੈਟੈਲਿਟੀ ਰੇਟ। ਬਰਥ ਰੇਟ 1000 ਬੰਦਿਆਂ ਪਿੱਛੇ, 1000 ਵਿਅਕਤੀਆਂ ਪਿੱਛੇ ਹਰ ਸਾਲ ਕਿੰਨੇ ਬੱਚਿਆਂ ਨੇ ਜਨਮ ਲਿਆ, ਦੈਟ ਇਜ਼ ਕਾਲਡ ਬਰਥ ਰੇਟ। ਨੈਕਸਟ, ਡੈਥ ਰੇਟ affects the population as it decreases the population. If death rate increases, the population decreases. ਤਾਂ ਮੌਤ ਰਾਹੀਂ ਵਸੋਂ ਦਾ ਘਟਨਾ, that
ਉਹ ਉਦੋਂ ਅਸੀਂ ਡੈਥ ਰੇਟ ਨੂੰ ਜਿਹੜਾ ਕਾਊਂਟ ਕਰਦੇ ਹਾਂ। ਪ੍ਰਤੀ ਸਾਲ ਪ੍ਰਤੀ 1000 ਵਿਅਕਤੀਆਂ ਪਿੱਛੇ ਹੋਣ ਵਾਲੀ ਮੌਤਾਂ ਦੀ ਗਿਣਤੀ। ਹੁਣ ਇਹਨੂੰ ਅਸੀਂ ਮੋਰਟੈਲਿਟੀ ਰੇਟ ਵੀ ਕਹਿੰਦੇ ਹਾਂ। ਮੌਤ ਦਰ, ਡੈਥ ਰੇਟ, ਇਹਨੂੰ ਅਸੀਂ ਮੋਰਟੈਲਿਟੀ ਰੇਟ ਵੀ ਕਹਿੰਦੇ ਹਾਂ। ਮੌਤ ਦਰ ਦਾ ਇਫੈਕਟ ਕੀ ਪੈਂਦਾ ਪਾਪੂਲੇਸ਼ਨ ਤੇ? ਪਾਪੂਲੇਸ਼ਨ ਘਟਦੀ ਹੈ, ਔਰ ਬਰਥ ਰੇਟ ਦੇ ਨਾਲ ਜੇ ਬਰਥ ਰੇਟ ਇਨਕਰੀਜ਼ ਹੋ ਰਹੀ ਹੈ ਤਾਂ ਜਿਹੜੀ ਪਾਪੂਲੇਸ਼ਨ ਹੈ ਉਹ ਵੀ ਇਨਕਰੀਜ਼ ਹੋ ਰਹੀ ਹੈ। ਨੈਕਸਟ ਟਰਮ ਇਨ ਡੈਮੋਗ੍ਰਾਫੀ ਇਜ਼ ਪ੍ਰਵਾਸ, ਮਾਈਗ੍ਰੇਸ਼ਨ। ਮਾਈਗ੍ਰੇਸ਼ਨ ਮੀਨਸ ਇੱਕ ਸਥਾਨ ਤੋਂ ਦੂਸਰੇ ਸਥਾਨ ਤੇ ਜਾਣਾ, ਸ਼ਿਫਟ ਹੋਣਾ, ਪਰਮਾਨੈਂਟਲੀ ਸ਼ਿਫਟ ਹੋਣਾ, ਰਹਿਣਾ, ਇੱਕ ਜਗ੍ਹਾ ਤੋਂ ਉੱਠ ਕੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਰਹਿਣਾ ਸ਼ੁਰੂ ਕਰ ਦੇਣਾ। ਦੋ ਤਰ੍ਹਾਂ ਦਾ ਹੈ ਸਾਡੇ ਕੋਲੇ ਮਾਈਗ੍ਰੇਸ਼ਨ ਦੋ ਤਰ੍ਹਾਂ ਦਾ ਹੈ। ਵਨ ਇਜ਼ ਇਮੀਗ੍ਰੇਸ਼ਨ, ਅਨਦਰ ਇਜ਼ ਐਮੀਗ੍ਰੇਸ਼ਨ। ਅੰਦਰੂਨੀ ਪ੍ਰਵਾਸ, ਇਮੀਗ੍ਰੇਸ਼ਨ ਮੀਨਸ ਬਾਹਰਲੀ ਜਗ੍ਹਾ ਤੋਂ ਸਾਡੇ ਏਰੀਆ ਦੇ ਵਿੱਚ ਜਦੋਂ ਕੋਈ ਆ ਕੇ ਰਹਿਣ ਲੱਗ ਜਾਂਦਾ ਤਾਂ ਦੈਟ ਇਜ਼ ਕਾਲਡ ਇਮੀਗ੍ਰੇਸ਼ਨ। ਇਟ ਇਨਕਰੀਜ਼ਸ ਦ ਪਾਪੂਲੇਸ਼ਨ। ਬਾਹਰੀ ਪ੍ਰਵਾਸ, ਉਤਪਰਵਾਸ, ਇਹਨੂੰ ਅਸੀਂ ਉਤਪਰਵਾਸ ਵੀ ਬੋਲਦੇ ਹਾਂ, ਉਤਪਰਵਾਸ। ਇਟ ਇਜ਼ ਕਾਲਡ ਆਪਰਵਾਸ। ਅੰਦਰੂਨੀ ਪ੍ਰਵਾਸ, ਇਮੀਗ੍ਰੇਸ਼ਨ ਜਨਸੰਖਿਆ ਨੂੰ ਵਧਾਉਂਦਾ ਹੈ। ਉਤਪਰਵਾਸ ਮਤਲਬ ਸਾਡੇ ਏਰੀਏ ਦੇ ਵਿੱਚੋਂ ਕੋਈ ਬਾਹਰਲੇ, ਸਾਡੇ ਦੇਸ਼ ਚੋਂ ਕਿਸੇ ਬਾਹਰਲੇ ਦੇਸ਼ ਵਿੱਚ ਰਹਿਣ ਚਲਾ ਗਿਆ ਤਾਂ ਦੈਟ ਇਜ਼ ਐਮੀਗ੍ਰੇਸ਼ਨ। ਇਹਦੇ ਨਾਲ ਸਾਡੀ ਪਾਪੂਲੇਸ਼ਨ ਹੈ ਜਿਹੜੀ ਉਹ ਡਿਕਰੀਜ਼ ਹੁੰਦੀ ਹੈ। ਨੈਕਸਟ, ਵਸੋਂ ਦੀ ਉਮਰ ਰਚਨਾ, ਏਜ ਸਟਰਕਚਰ ਆਫ ਦ ਪਾਪੂਲੇਸ਼ਨ। ਜਦੋਂ ਅਸੀਂ ਜਨ ਅੰਕਨ ਦਾ ਅਧਿਐਨ, ਜਨਸੰਖਿਆ ਦਾ ਅਧਿਐਨ ਏਜ ਦੇ ਅਕੋਰਡਿੰਗ ਕਰਦੇ ਹਾਂ, 1 ਤੋਂ 18 ਸਾਲ ਤੱਕ ਦੇ ਕਿੰਨੇ ਬੱਚੇ ਹੈ, 1 ਤੋਂ 18 ਸਾਲ ਤੱਕ ਪਾਪੂਲੇਸ਼ਨ ਕਿੰਨੀ ਹੈ, 19 ਤੋਂ 59 ਸਾਲ ਤੱਕ ਕਿੰਨੀ ਹੈ, 60 ਸਾਲ ਤੋਂ ਉੱਪਰ ਕਿੰਨੀ ਹੈ, ਤਾਂ ਅਲੱਗ-ਅਲੱਗ ਵਰਗਾਂ ਦੇ ਵਿੱਚ ਉਮਰ ਵਰਗ ਦੇ ਅਕੋਰਡਿੰਗ ਜਦੋਂ ਅਸੀਂ ਜਨਸੰਖਿਆ ਦਾ ਅਧਿਐਨ ਕਰਦੇ ਹਾਂ, ਉਹਦੀ ਸਟੱਡੀ ਕਰਦੇ ਹਾਂ ਤਾਂ ਦੈਟ ਇਜ਼ ਕਾਲਡ ਏਜ ਸਟਰਕਚਰ ਆਫ ਦ ਪਾਪੂਲੇਸ਼ਨ। ਸੈਕਸ ਰੇਸ਼ੋ, ਲਿੰਗ ਅਨੁਪਾਤ, ਵਸੋਂ ਵਿੱਚ ਪ੍ਰਤੀ 1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ, ਇਹਨੂੰ ਅਸੀਂ ਕਹਿੰਦੇ ਹਾਂ ਲਿੰਗ ਅਨੁਪਾਤ। ਪਾਪੂਲੇਸ਼ਨ ਥਿਊਰੀਜ਼, ਪਾਪੂਲੇਸ਼ਨ ਥਿਊਰੀਜ਼ ਬੜੇ ਵੱਖਰੇ ਵੱਖਰੇ ਟਾਈਮਾਂ 'ਤੇ ਵੱਖਰੇ ਵੱਖਰੇ ਵਿਅਕਤੀਆਂ ਦੁਆਰਾ ਵੱਖਰੀਆਂ ਵੱਖਰੀਆਂ ਥਿਊਰੀਆਂ ਦਿੱਤੀਆਂ ਗਈਆਂ। ਵੱਖਰੇ ਵੱਖਰੇ ਵਸੋਂ ਬਾਰੇ ਸਿਧਾਂਤ ਜਿਹੜੇ ਉਹ ਦਿੱਤੇ ਗਏ, ਵੱਖਰੇ ਵੱਖਰੇ ਪਾਪੂਲੇਸ਼ਨ ਥਿਊਰੀਜ਼ ਨੇ ਜਿਹੜੀਆਂ ਲਿਖੀਆਂ ਗਈਆਂ। ਤਾਂ ਦ ਬੈਸਟ ਵਨ ਇਜ਼, ਇੱਕ ਬਹੁਤ ਪਾਪੂਲਰ ਅਰਥਸ਼ਾਸਤਰੀ, ਇਕੋਨੋਮਿਸਟ ਅਤੇ ਜਨ ਅੰਕਨ ਵਿਗਿਆਨੀ ਹੋਏ ਨੇ ਥਾਮਸ ਰਾਬਰਟ ਮਾਲਥਸ। ਇਹਨਾਂ ਨੇ 1798 ਦੇ ਵਿੱਚ ਇੱਕ ਲੇਖ ਲਿਖਿਆ ਸੀ, ਐਨ ਐਸੇ ਔਨ ਦ ਪ੍ਰਿੰਸੀਪਲ ਆਫ ਪਾਪੂਲੇਸ਼ਨ। ਇਹਦੇ ਵਿੱਚ ਇਹਨਾਂ ਨੇ ਇੱਕ ਰੇਖਾ ਗਣਿਤਿਕ ਅਤੇ ਅੰਕ ਗਣਿਤਿਕ ਦੋ ਟਰਮਸ ਨੇ ਜਿਹੜੀਆਂ ਉਹ ਸਮਝਾਈਆਂ ਸੀ। ਰੇਖਾ ਗਣਿਤਿਕ, ਉਹ ਕਹਿੰਦੇ ਨੇ ਕਿ ਜਿਹੜੀ ਵਸੋਂ ਹੈ ਨਾ ਉਹ ਹਮੇਸ਼ਾ ਰੇਖਾ ਗਣਿਤਿਕ ਢੰਗ ਨਾਲ ਵੱਧਦੀ ਹੈ, ਮਤਲਬ 2 ਤੋਂ 4 ਹੋਊਗੀ ਜੀ, 4 ਤੋਂ 8, 8 ਤੋਂ 16, 16 ਤੋਂ 32 ਐਂਡ ਦੈਟਸ ਇਟ ਐਂਡ ਸੋ ਔਨ। ਔਰ ਜਿਹੜੇ ਸਾਡੇ ਸੋਰਸਿਸ ਨੇ, ਜੀਵਨ ਨਿਰਬਾਹ ਦੇ ਸਾਡੇ ਸੋਰਸਿਸ ਨੇ, ਉਹ ਕਿਵੇਂ ਵੱਧਦੇ ਹੈ? ਉਹ ਅੰਕ ਗਣਿਤਿਕ ਤਰੀਕੇ ਨਾਲ ਵੱਧਦੇ ਹੈ, ਮਲਟੀਪਲਾਈਡ +2 +2 2 4 6 8 ਐਂਡ 10 ਸੋ ਔਨ। ਤਾਂ ਇਹਦੇ ਵਿੱਚ ਉਹਨਾਂ ਨੇ ਕੀ ਰਿਜ਼ਲਟ ਕੀ ਕੱਢਿਆ ਇਸ ਥਿਊਰੀ ਤੋਂ ਕਿ ਜੇਕਰ ਅਸੀਂ ਵਸੋਂ ਦੇ ਵਾਧੇ ਨੂੰ ਨਾ ਰੋਕਿਆ ਤਾਂ ਜਿਹੜੇ ਸਾਡੇ ਸਰਵਾਈਵ ਕਰਨ ਦੇ ਸਾਡੇ ਸੋਰਸਿਸ ਨੇ ਉਹ ਘਟ ਜਾਣਗੇ ਔਰ ਸਾਨੂੰ ਇਹ ਜਿਹੜਾ ਉਹ ਜੀਵਨ ਨਿਰਬਾਹ ਕਰਨਾ ਔਖਾ ਹੋ ਜਾਊਗਾ। ਪਾਪੂਲੇਸ਼ਨ ਗਰੋਥ ਜੇ ਅਸੀਂ ਕੁਝ ਫੈਕਟਸ ਦੇਖੀਏ ਤਾਂ 17ਵੀਂ ਸਦੀ ਦੇ ਵਿੱਚ ਇਹ ਸਾਰੇ ਫੈਕਟਸ, ਮੈਂ PSEB ਦੀ ਜੋ ਬੁੱਕ ਹੈ ਇਨਵਾਇਰਨਮੈਂਟ ਸਾਇੰਸ ਦੀ, ਇਹ ਫੈਕਟਸ ਮੈਂ ਸਾਰੇ ਉੱਥੋਂ ਹੀ ਲਏ ਹੈ।
17ਵੀਂ ਸਦੀ ਦੇ ਵਿੱਚ ਜੋ ਮਨੁੱਖੀ ਵਸੋਂ ਸੀ ਉਹ ਲਗਭਗ 60 ਕਰੋੜ ਸੀ। 20ਵੀਂ ਸਦੀ ਦੇ ਵਿੱਚ 17ਵੀਂ ਸਦੀ ਦੇ ਵਿੱਚ ਇਹ 60 ਕਰੋੜ। ਔਰ ਜੇ 20ਵੀਂ ਸਦੀ ਦੀ ਸਟਾਰਟਿੰਗ ਦੇ ਵਿੱਚ ਦੇਖੀਏ ਤਾਂ ਇਹ 1.60 ਅਰਬ 1 ਅਰਬ 60 ਕਰੋੜ 60 ਕਰੋੜ ਤੋਂ 1 ਅਰਬ 60 ਕਰੋੜ। ਔਰ ਅਗਲੇ 150 ਸਾਲਾਂ ਦੇ ਵਿੱਚ ਹੁਣ ਦੇਖੋ ਇਹ 20ਵੀਂ ਸਦੀ ਦੇ ਜੇ ਸ਼ੁਰੂ ਦੀ ਗੱਲ ਕਰੀਏ ਤਾਂ ਇਹ 1 ਅਰਬ 60 ਕਰੋੜ ਸੀ ਤੇ ਇਸ ਸਦੀ ਦੇ ਅੰਤ ਦੇ ਵਿੱਚ ਇਹ 6 ਅਰਬ 10 ਕਰੋੜ ਤੱਕ ਪਹੁੰਚ ਗਈ। ਤੇ ਜੇ ਅਸੀਂ ਥੋੜਾ ਜਿਹਾ ਸਟੱਡੀ ਕਰੀਏ ਤਾਂ 17ਵੀਂ ਸਦੀ ਦੇ ਵਿੱਚ 60 ਕਰੋੜ ਸੀ। ਉਸ ਤੋਂ ਬਾਅਦ ਇਹਨੂੰ ਡਬਲ ਹੋਣ ਲਈ 150 ਸਾਲ ਦਾ ਟਾਈਮ ਲੱਗ ਗਿਆ, ਪਰ ਨੈਕਸਟ 150 ਸਾਲਾਂ ਦੇ ਵਿੱਚ ਇਹ 5 ਗੁਣਾ ਵੱਧ ਗਈ। ਤਾਂ ਹੁਣ ਕੀ ਹੈ, ਹੁਣ ਇਹ ਜੋ ਡੈਮੋਗ੍ਰਾਫੀ ਕੁਛ ਜੋ ਜਨਸੰਖਿਆ ਦਾ ਜਦੋਂ ਅਧਿਐਨ ਕੀਤਾ ਜਾਂਦਾ ਹੈ ਤਾਂ ਜੋ ਇਹਦੇ ਜੋ ਸਟੱਡੀਜ਼ ਕੀਤੀਆਂ ਗਈਆਂ ਉਹਦੇ ਤੋਂ ਜੋ ਰਿਜ਼ਲਟ ਕੱਢਿਆ ਗਿਆ ਉਹ ਇਹ ਕੱਢਿਆ ਗਿਆ ਹੈ ਕਿ ਆਉਣ ਵਾਲੇ 50 ਸਾਲਾਂ ਦੇ ਵਿੱਚ ਜਿਹੜੀ ਸਾਡੀ ਵਰਲਡ ਦੀ ਜਨਸੰਖਿਆ ਪਾਪੂਲੇਸ਼ਨ ਹੈ ਉਹ 9 ਅਰਬ ਨੂੰ ਵੀ ਕ੍ਰਾਸ ਕਰ ਜਾਏਗੀ, 9 ਅਰਬ ਨੂੰ ਕ੍ਰਾਸ ਕਰ ਜਾਏਗੀ, ਕਿਉਂਕਿ ਦੁਨੀਆ ਦੇ ਵਿੱਚ ਜਿਹੜੀ ਸਾਡੀ ਵਸੋਂ ਦੇ ਵਾਧੇ ਦੀ ਦਰ ਹੈ ਉਹ 2.5% ਹੈ, 2.5% ਐਨੂਅਲੀ। ਔਰ ਜੋ ਮੌਤ ਦੀ ਦਰ ਹੈ ਉਹ 234 ਪ੍ਰਤੀ ਮਿੰਟ ਹੈ। ਠੀਕ ਹੈ, ਇਟ ਡਿਪੈਂਡਸ ਕਿ ਜਿਹੜੀ ਪਾਪੂਲੇਸ਼ਨ ਹੈ ਵੱਧ ਰਹੀ ਹੈ, ਇਹ ਡਿਪੈਂਡਸ ਅਪੋਨ ਦ ਏਰੀਆ। ਕਿਤੇ ਪਾਪੂਲੇਸ਼ਨ ਗਰੋਥ ਹੈ ਜਿਹੜੀ ਉਹ ਜ਼ਿਆਦਾ ਹੈ, ਕਿਤੇ ਘੱਟ ਹੈ। ਜੇ ਅਸੀਂ ਫੇਰ ਦੁਬਾਰਾ ਜੇ ਅਸੀਂ ਫੈਕਟਸ ਦੀ ਗੱਲ ਕਰੀਏ ਤਾਂ 20% ਵਸੋਂ ਧਰਤੀ ਦੇ ਅੱਧੇ ਖੇਤਰ ਯੂਰਪ, ਦੱਖਣੀ ਅਮਰੀਕਾ, ਪੁਰਾਣਾ ਸੋਵੀਅਤ ਸੰਘ ਤੇ ਓਸ਼ਨੀਆ ਵਿੱਚ ਰਹਿੰਦੀ ਹੈ ਤੇ ਦੁਨੀਆ ਦੀ ਜਿਹੜੀ ਬਾਕੀ ਵਸੋਂ ਹੈ ਉਹ ਧਰਤੀ ਦੇ ਬਾਕੀ ਅੱਧੇ ਖੇਤਰ ਵਿੱਚ ਰਹਿੰਦੀ ਹੈ। ਇੱਕ ਕਨਸੈਪਟ ਹੈ ਕੈਰਿੰਗ ਕੈਪੈਸਿਟੀ। ਤਾਂ ਜਿਹੜੀ ਸਾਡੀ ਅਰਥ ਦੀ ਕੈਰਿੰਗ ਕੈਪੈਸਿਟੀ ਹੈ, ਜੇ ਸਾਡੀ ਪਾਪੂਲੇਸ਼ਨ ਉਸ ਤੋਂ ਵੱਧ ਜਾਂਦੀ ਹੈ ਤਾਂ ਸਾਡਾ ਸਰਵਾਈਵ ਕਰਨਾ ਮੁਸ਼ਕਿਲ ਹੋ ਜਾਏਗਾ। ਤਾਂ ਜ਼ਰੂਰੀ ਹੈ ਕਿ ਵਾਤਾਵਰਨ ਨੂੰ ਸੰਭਾਲਿਆ ਜਾਏ, ਵਸੋਂ ਦੇ ਆਕਾਰ ਦੇ ਰੀਜ਼ਨਸ, ਵਸੋਂ ਕਿਉਂ ਵੱਧ ਰਹੀ ਹੈ ਉਹਨਾਂ ਰੀਜ਼ਨਸ ਨੂੰ ਜਾਣਿਆ ਜਾਏ, ਵਾਤਾਵਰਨ ਦੇ ਜੋ ਇੰਪੋਰਟੈਂਟ ਅੰਗ ਨੇ ਉਹਨਾਂ ਨੂੰ ਸਮਝਿਆ ਜਾਏ, ਵਾਤਾਵਰਨ ਦੀ ਪਾਲਣ ਸੰਭਾਲਣ ਸਮਰੱਥਾ, ਕੇਅਰਿੰਗ ਕੈਪੈਸਿਟੀ। ਕੇਅਰਿੰਗ ਕੈਪੈਸਿਟੀ ਧਰਤੀ ਦੀ ਜੋ ਹੈ ਉਹ ਸਮਰੱਥਾ ਬਹੁਤ ਸੀਮਤ ਹੈ, ਪਰ ਜਿਹੜਾ ਵਸੋਂ ਦਾ ਵਾਧਾ ਹੈ ਉਹ ਬਹੁਤ ਤੇਜ਼ ਹੈ। ਜਦੋਂ ਸਾਡੀ ਧਰਤੀ ਹੈ, ਸਾਡੀ ਜੋ ਅਰਥ ਹੈ, ਇਹਦੀ ਕੈਰਿੰਗ ਕੈਪੈਸਿਟੀ ਘੱਟ ਹੈ ਪਰ ਵਸੋਂ ਵੱਧ ਰਹੀ ਹੈ, ਤੇਜ਼ੀ ਨਾਲ ਵੱਧ ਰਹੀ ਹੈ, ਤਾਂ ਇਨਵਾਇਰਮੈਂਟ 'ਤੇ ਉਹਦਾ ਹਾਨੀਕਾਰਕ ਪ੍ਰਭਾਵ ਹੀ ਪਊਗਾ। ਤਾਂ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਨੇ ਇੱਕ ਇਹ ਨਤੀਜਾ ਕੱਢਿਆ ਸੀ ਕਿ ਵਸੋਂ ਦਾ ਅਧਿਕਤਰ ਵਾਧਾ ਗਰੀਬੀ ਅਤੇ ਵਾਤਾਵਰਣ ਵਿੱਚ ਤੇਜ਼ੀ ਨਾਲ ਆ ਰਹੇ ਵਿਗਾੜਾਂ ਦਾ ਕਾਰਨ ਬਣੇਗਾ। ਦਿਸ ਇਜ਼ ਦ ਐਸਐਚ ਲਾਈਨ ਆਈ ਅਡੋਪਟਡ ਫਰੋਮ ਯਰ EVS ਬੁੱਕ। ਤਾਂ ਕੁਛ ਵਾਤਾਵਰਨ ਦੀ ਪਾਲਣ ਸਮਰੱਥਾ ਦੇ ਉੱਪਰ ਜਿਹੜੇ ਫੈਕਟਸ ਪ੍ਰਭਾਵ ਪਾਉਂਦੇ ਹੈ, ਜੇ ਅਸੀਂ ਉਹਨਾਂ ਫੈਕਟਸ ਨੂੰ ਦੇਖੀਏ ਕਿ ਦ ਫਸਟ ਥਿੰਗ ਇਜ਼ ਵਸੋਂ ਵਾਧੇ ਦੇ ਵਾਤਾਵਰਨ ਉੱਪਰ ਪ੍ਰਭਾਵ। ਫਸਟ ਇਜ਼ ਭੋਜਨ ਉੱਪਰ ਪ੍ਰਭਾਵ। ਭੋਜਨ ਉੱਪਰ ਕੀ ਪ੍ਰਭਾਵ ਪਊਗਾ? ਜੇ ਵਸੋਂ ਵੱਧ ਰਹੀ ਹੈ ਤਾਂ ਜਿਹੜੀ ਸਾਡਾ ਭੋਜਨ ਹੈ, ਭੋਜਨ ਦੇ ਵਿੱਚ ਕਮੀ ਆਊਗੀ, ਡਿਕਰੀਜ਼ ਹੋਏਗਾ। ਇਹ ਜ਼ਮੀਨ ਹੈ, ਹੋਰ ਸਰੋਤ ਹੈ, ਉਹ ਸਾਰਿਆਂ ਦਾ ਜ਼ਿਆਦਾ ਸ਼ੋਸ਼ਣ ਹੋਏਗਾ। ਆਪਸੀ ਮਤਭੇਦ ਹੋਣਗੇ, ਮਨੁੱਖਾਂ ਦੇ ਵਿੱਚ ਆਪਸੀ ਮਤਭੇਦ ਹੋਣਗੇ। ਫੈਕਟਸ ਦੱਸਦੇ ਹੈ ਕਿ ਇਸ ਟਾਈਮ ਸੰਸਾਰ ਦੇ 60% ਲੋਕਾਂ ਨੂੰ ਖਾਣ ਲਈ ਲੋੜ ਤੋਂ ਘੱਟ ਭੋਜਨ ਮਿਲਦਾ ਹੈ ਤੇ ਭਾਰਤ ਵਿੱਚ ਇਹ ਜਿਹੜੀ ਰੇਟ ਹੈ ਉਹ 80% ਹੈ।
80% ਬੱਚੇ ਕੁਪੋਸ਼ਣ ਤੋਂ ਪ੍ਰਭਾਵਿਤ ਹੈ। 80% ਬੱਚਿਆਂ ਨੂੰ ਜਿਹੜਾ ਉਹਨਾਂ ਦੀ ਲੋੜ ਤੋਂ ਘੱਟ ਖਾਣਾ ਮਿਲਦਾ ਉਹਨਾਂ ਨੂੰ। ਜੇ ਅਸੀਂ ਗਰੀਬੀ ਦੀ ਗੱਲ ਕਰੀਏ ਤਾਂ ਜੇ ਵਸੋਂ ਵਧੇਗੀ ਤਾਂ ਗਰੀਬੀ ਵੀ ਵਧੇਗੀ, ਨੌਕਰੀਆਂ ਨਹੀਂ ਮਿਲਣਗੀਆਂ, ਸਿਹਤ ਸਹੂਲਤਾਂ ਜੋ ਵੀ ਸਾਡੀਆਂ ਬੇਸਿਕਸ ਨੀਡਸ ਨੇ ਉਹ ਸਾਰੀਆਂ ਅਫੈਕਟ ਹੋਣਗੀਆਂ ਜੇ ਵਸੋਂ ਵੱਧਦੀ ਹੈ ਤਾਂ। ਕੱਚੇ ਮਾਲ ਉੱਪਰ ਪ੍ਰਭਾਵ। ਕੱਚੇ ਮਾਲ ਦੇ ਹੁਣ ਬੇਸਿਕਲੀ ਸਾਡੇ ਕੋਲੇ ਦੋ ਸੋਰਸਿਸ ਨੇ, ਇੱਕ ਖਾਨਾ ਤੇ ਦੂਸਰੇ ਜੰਗਲ। ਖਾਨਾ ਤੇ ਜੰਗਲ। ਕੋਲਾ ਹੈ, ਲੋਹੇ ਦੀਆਂ ਕੱਚੀਆਂ ਧਾਤਾਂ ਨੇ ਜਾਂ ਹੋਰ ਕਿੰਨੀਆਂ ਵੀ ਧਾਤਾਂ ਨੇ, ਇਹ ਅਸੀਂ ਖਾਨਾਂ ਦੇ ਵਿੱਚੋਂ ਕੱਢ ਲੈਂਦੇ ਆ। ਔਰ ਜੰਗਲਾਂ ਤੋਂ ਅਸੀਂ ਲੱਕੜ, ਰਬੜ, ਜੜੀਆਂ ਬੂਟੀਆਂ, ਇਹਦੇ ਲਈ ਅਸੀਂ ਜੰਗਲ ਹੈ ਜਿਹੜੇ ਉਹਨਾਂ ਦੀ ਕਟਾਈ ਕਰ ਰਹੇ ਹਾਂ। ਤਾਂ ਜੰਗਲਾਂ ਦਾ ਜਿਹੜਾ ਖਾਤਮਾ ਹੈ ਉਹ ਵਾਤਾਵਰਨ ਦੇ ਉੱਪਰ ਇੱਕ ਬਹੁਤ ਹੀ ਨੈਗੇਟਿਵ ਇਫੈਕਟ ਪਾ ਰਿਹਾ। ਔਰ ਗ੍ਰੀਨ ਹਾਊਸ ਇਫੈਕਟ, ਇਹ ਇੱਕ ਬਹੁਤ ਵਾਸਟ ਟੌਪਿਕ ਹੈ। ਤਾਂ ਇੱਕ ਗ੍ਰੀਨ ਹਾਊਸ ਇਫੈਕਟ ਦਾ ਕਾਰਨ ਵੀ ਬਣ ਰਿਹਾ, ਗਲੋਬਲ ਵਾਰਮਿੰਗ ਦਾ ਰੀਜ਼ਨ ਬਣ ਰਿਹਾ। ਜਿਹੜੇ ਅਸੀਂ ਜੰਗਲ ਕੱਟ ਰਹੇ ਹਾਂ ਉਹਦੇ ਨਾਲ ਕੀ ਹੈ, ਗਲੋਬਲ ਵਾਰਮਿੰਗ ਵੀ ਵੱਧ ਰਹੀ ਹੈ ਨਾ। ਔਰ ਗਲੇਸ਼ੀਅਰਸ ਨੇ ਉਹ ਪਿਘਲ ਰਹੇ ਆ। ਜੇ ਗਲੇਸ਼ੀਅਰ ਪਿਘਲਣਗੇ ਤਾਂ ਸਮੁੰਦਰਾਂ ਦਾ ਜਿਹੜਾ ਜਲ ਸਤਰ ਹੈ ਉਹ ਵੱਧ ਜੂਗਾ। ਤਾਂ ਬਹੁਤ ਸਾਰੇ ਜਿਹੜੇ ਤੱਟਵਰਤੀ ਖੇਤਰ ਨੇ ਜਿਹੜੇ ਸਮੁੰਦਰਾਂ ਦੇ ਕਿਨਾਰੇ 'ਤੇ ਵਸੇ ਹੋਏ ਆ ਉਹਨਾਂ ਦੇ ਡੁੱਬ ਜਾਣ ਦਾ ਖਤਰਾ ਵੱਧ ਜਾਏਗਾ। ਦ ਨੈਕਸਟ ਇਜ਼ ਊਰਜਾ ਉੱਪਰ ਪ੍ਰਭਾਵ, ਐਨਰਜੀ ਉੱਪਰ ਪ੍ਰਭਾਵ। ਤਾਂ ਊਰਜਾ ਤੋਂ ਬਿਨਾਂ ਇੰਡਸਟਰੀਜ਼ ਨਹੀਂ ਚੱਲਦੀਆਂ। ਤਾਂ ਊਰਜਾ ਨੂੰ ਪਥਰਾਟ ਬਾਲਣ ਜਿਵੇਂ ਕੋਲੇ ਹੈ, ਪੈਟਰੋਲੀਅਮ ਹੈ, ਕੁਦਰਤੀ ਗੈਸ ਹੈ, ਅਸੀਂ ਐਨਰਜੀ ਇਹਨਾਂ ਸੋਰਸਿਸ ਤੋਂ ਪ੍ਰਾਪਤ ਕਰਦੇ ਹਾਂ। ਪਰ ਜਦੋਂ ਅਸੀਂ ਇਹਨਾਂ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਾਂ ਤਾਂ ਇਹੀ ਜਿਹੜੇ ਪਥਰਾਟ ਬਾਲਣ ਨੇ ਉਹ ਘਟਣੇ ਸ਼ੁਰੂ ਹੋ ਜਾਣਗੇ। ਤਾਂ ਸਾਡੀਆਂ ਜਿਹੜੀਆਂ ਇੰਡਸਟਰੀਜ਼ ਨੇ ਉਹਨਾਂ ਦੇ ਉੱਪਰ ਵੀ ਇਹਦਾ ਮਾੜਾ ਪ੍ਰਭਾਵ ਹੈ। ਸ਼ਹਿਰੀਕਰਨ ਮਤਲਬ ਸ਼ਹਿਰ ਵਿੱਚ ਰਹਿ ਰਹੇ ਲੋਕਾਂ ਦੀ ਗਿਣਤੀ। ਤਾਂ ਪਹਿਲਾਂ ਲੋਕ ਪਿੰਡਾਂ ਵਿੱਚ ਜ਼ਿਆਦਾ ਰਹਿੰਦੇ ਸੀ, ਹੁਣ ਟਾਈਮ ਪੈਣ ਦੇ ਨਾਲ ਹੌਲੀ ਹੌਲੀ ਲੋਕ ਸ਼ਹਿਰਾਂ ਵਿੱਚ ਜ਼ਿਆਦਾ ਰਹਿਣ ਲੱਗ ਗਏ ਹੈ। ਰੀਜ਼ਨਸ ਕਿ ਪਹਿਲਾਂ ਲੋਕ ਪਿੰਡਾਂ ਵਿੱਚ ਖੇਤੀ ਕਰਦੇ ਸੀ, ਖੇਤੀ ਦੇ ਵਿੱਚ ਮਸ਼ੀਨੀਕਰਨ ਆ ਗਿਆ, ਉੱਥੇ ਮੈਨ ਪਾਵਰ ਦੀ ਲੋੜ ਘੱਟ ਪੈਂਦੀ ਹੈ। ਸੈਕਿੰਡ, ਐਜੂਕੇਸ਼ਨ ਫੈਸਿਲਿਟੀਜ਼, ਮੈਡੀਕਲ ਫੈਸਿਲਿਟੀਜ਼, ਹੈਲਥ ਕੇਅਰ ਫੈਸਿਲਿਟੀਜ਼, ਇਹ ਸਾਰੀਆਂ ਪਿੰਡਾਂ ਨਾਲੋਂ ਜ਼ਿਆਦਾ ਸ਼ਹਿਰਾਂ ਦੇ ਵਿੱਚ ਮਿਲਦੀਆਂ ਨੇ ਅਤੇ ਲੋਕ ਸ਼ਹਿਰਾਂ ਦੇ ਵਿੱਚ ਜਿਹੜਾ ਸ਼ਿਫਟ ਹੋਣਾ ਉਹ ਜ਼ਿਆਦਾ ਪਸੰਦ ਕਰਦੇ ਆ। ਇਹਦੇ ਨਾਲ ਕੀ ਹੋਇਆ, ਸ਼ਹਿਰਾਂ ਦਾ ਜਿਹੜੀ ਬਾਉਂਡਰੀਜ਼ ਨੇ ਉਹ ਵੱਧਦੀਆਂ ਜਾ ਰਹੀਆਂ। ਜਿਹੜੇ ਸ਼ਹਿਰਾਂ ਦੇ ਵਿੱਚ ਜੇ ਅਸੀਂ ਬਾਹਰਲੇ ਏਰੀਆਜ਼ ਦੇ ਵਿੱਚ ਦੇਖਦੇ ਸੀ ਤਾਂ ਸੁੰਨ ਮਸਾਨ ਹੁੰਦੀ ਸੀ ਹੈ ਨਾ, ਬਿਲਕੁਲ ਉੱਥੇ। ਅਤੇ ਹੁਣ ਉੱਥੇ ਕੀ ਹੈ, ਇੱਕ ਅੱਛੀਆਂ ਕਲੋਨੀਜ਼ ਡਿਵੈਲਪ ਕਰ ਦਿੱਤੀਆਂ ਗਈਆਂ। ਤਾਂ ਉਹਦੇ ਨਾਲ ਕੀ ਹੈ, ਜਿਹੜੇ ਸਾਡੇ ਸ਼ਹਿਰ ਹੈ ਉਹਨਾਂ ਦੀਆਂ ਬਾਉਂਡਰੀਜ਼ ਵੱਧ ਗਈਆਂ। ਸੈਟੇਲਾਈਟ ਟਾਊਨਸ ਵੱਧ ਗਏ, ਨੋਇਡਾ, ਫਰੀਦਾਬਾਦ, ਗਾਜ਼ੀਆਬਾਦ, ਗੁੜਗਾਓਂ। ਇਹ ਸਾਰੇ ਕਿਉਂ ਡਿਵੈਲਪ ਕੀਤੇ ਗਏ ਸੀ, ਤਾਂ ਕਿ ਜਿਹੜਾ ਦਿੱਲੀ ਵਰਗਾ ਸ਼ਹਿਰ ਹੈ ਉੱਥੇ ਵਸੋਂ ਦਾ ਥੋੜ੍ਹਾ ਜਿਹਾ ਬੋਝ ਘੱਟ ਜੇ। ਪਰ ਹੁਣ ਉਹ ਕੀ ਹੋ ਗਏ, ਉਹ ਸਾਰੇ ਹੀ ਇੱਕ ਤਰ੍ਹਾਂ ਨਾਲ ਦਿੱਲੀ ਦੇ ਵਿੱਚ ਹੀ ਇਨਕਲੂਡ ਹੋ ਗਏ। ਤਾਂ ਆਲਮੋਸਟ ਜਿਹੜੇ ਲੋਕ ਨੇ ਉਹ ਪ੍ਰੈਫਰ ਕਰਦੇ ਆ ਸ਼ਹਿਰਾਂ ਦੇ ਵਿੱਚ ਸ਼ਿਫਟ ਹੋਣਾ। ਪਰ ਸ਼ਹਿਰੀਕਰਨ ਵਧਣ ਦੇ ਨਾਲ ਸ਼ਹਿਰਾਂ ਦੇ ਬਾਹਰ ਜਿਹੜੀਆਂ ਗੰਦੀਆਂ ਬਸਤੀਆਂ ਨੇ ਉਹ ਵੱਧ ਗਈਆਂ ਨੇ, ਜਿਹੜਾ ਕਿ ਇੱਕ ਸਾਡਾ ਅੱਜ ਬਹੁਤ ਵੱਡੀ ਇੱਕ ਸੋਸ਼ਲ ਸਮੱਸਿਆ ਬਣੀ ਹੋਈ ਹੈ। ਦੈਨ ਦੇਅਰ ਇਜ਼ ਲਿਟਰੇਸੀ, ਸਾਖਰਤਾ, ਪੜ੍ਹਨ ਲਿਖਣ ਦੀ ਯੋਗਤਾ। ਜੇ ਅਸੀਂ ਸਾਖਰਤਾ ਦੀ ਗੱਲ ਕਰੀਏ, ਇੱਕ ਵਿਦਿਅਕ ਮਿਆਰ ਲੋਕਾਂ ਦਾ ਜਿਹੜਾ ਉਹਨੂੰ ਅਸੀਂ ਕੈਲਕੂਲੇਟ ਕਰਨ ਦਾ ਇੱਕ ਜ਼ਰੀਆ ਇਹ ਸਾਖਰਤਾ ਦਰ। ਤਾਂ 2001 ਦੇ ਵਿੱਚ ਜੇ ਅਸੀਂ ਫੈਕਟਸ ਦੇਖੀਏ ਤਾਂ 2001 ਦੇ ਵਿੱਚ ਭਾਰਤ ਦੀ ਜੋ ਸਾਖਰਤਾ ਦਰ ਸੀ ਉਹ 64.8%, 64.80% ਸੀ। ਪਰ ਜੇ ਇਹਨੂੰ ਅਸੀਂ ਏਸ਼ੀਆ ਅਤੇ ਅਫਰੀਕਾ ਦੇ ਨਾਲ ਕੰਪੇਅਰ ਕਰੀਏ ਤਾਂ ਇਹ ਸਿਰਫ 30% ਹੈ। ਭਾਵ ਜੇ ਅਸੀਂ ਏਸ਼ੀਆ ਨਾਲ ਜਾਂ ਅਫਰੀਕਾ ਨਾਲ ਸਾਰਿਆਂ ਨਾਲ ਕੰਪੇਅਰ ਕਰਦੇ ਹਾਂ ਤਾਂ ਭਾਰਤ ਦੇ ਵਿੱਚ 70% ਲੋਕ ਅਨਪੜ੍ਹ ਨੇ। ਅਤੇ ਇਹ ਅਨਪੜ੍ਹਤਾ ਜਿਹੜੀ ਹੈ ਇਹ ਸਾਡੇ ਸਮਾਜ ਦੇ ਵਿੱਚ ਜੋ ਸੋਸ਼ਲ ਡਿਸੀਜ਼ਸ ਨੂੰ ਵਧਾਉਣ ਦੇ ਵਿੱਚ ਦੇ ਵਿੱਚ ਆਪਣਾ ਹਿੱਸਾ ਪਾਉਂਦੀ ਹੈ। ਜਿਹੜੇ ਸਮਾਜ ਦੇ ਵਿਕਾਸ ਦੇ ਵਿੱਚ ਅਨਪੜ੍ਹਤਾ ਹੈ ਜਿਹੜੀ ਉਹ ਆਪਣਾ ਯੋਗਦਾਨ ਨਹੀਂ ਪਾ ਸਕਦੀ।
ਜੇ ਅਸੀਂ ਸਾਫ਼ ਸਫਾਈ ਨੂੰ ਲੈ ਕੇ ਦੇਖੀਏ ਜਾਂ ਹੋਰ ਬਹੁਤ ਸਾਡੇ ਕੋਲੇ ਸੋਸ਼ਲ ਚੈਲੰਜਸ ਨੇ, ਪਲਾਸਟਿਕ ਬੈਗਸ ਲੋਕ ਯੂਜ਼ ਕਰ ਰਹੇ ਹੈ, ਜਾਂ ਸਾਫ਼ ਸਫਾਈ ਦੀ ਗੱਲ ਹੋ ਰਹੀ ਹੈ, ਜਾਂ ਹੈਲਥ ਕੇਅਰ ਸਿਸਟਮ ਹੈ, ਤਾਂ ਜਿਹੜੇ ਪੜ੍ਹੇ ਲਿਖੇ ਲੋਕ ਨੇ, ਲਿਟਰਲ ਪਰਸਨਸ ਨੇ, ਉਹ ਇਸ ਚੀਜ਼ ਨੂੰ ਦਾ ਜ਼ਿਆਦਾ ਧਿਆਨ ਰੱਖ ਸਕਦੇ ਆ। ਤਾਂ ਜੇ ਅਸੀਂ ਇਹਦਾ ਪੂਰਾ ਇੱਕ ਨਿਚੋੜ ਦੇਖੀਏ, ਇੱਕ ਓਵਰਵਿਊ ਦੇਖੀਏ, ਤਾਂ ਸਭ ਤੋਂ ਪਹਿਲਾਂ ਇਹ ਕਿ ਜਿਹੜਾ ਪਾਪੂਲੇਸ਼ਨ ਹੈ ਉਹਦੇ 'ਤੇ ਰੋਕ ਲੱਗਣੀ ਚਾਹੀਦੀ ਹੈ, ਸੋ ਦੈਟ ਜਿਹੜੇ ਸਾਡੇ ਨੈਚੁਰਲ ਸੋਰਸਿਸ ਨੇ ਉਹਨਾਂ ਦਾ ਸਹੀ ਤਰ੍ਹਾਂ ਯੂਜ਼ ਹੋ ਸਕੇ ਔਰ ਉਹਨਾਂ ਦਾ ਸ਼ੋਸ਼ਣ ਨਾ ਹੋ ਸਕੇ, ਇਨਵਾਇਰਮੈਂਟ ਦੇ ਉੱਪਰ ਗਲਤ ਪ੍ਰਭਾਵ ਨਾ ਪੈਣ, ਔਰ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਨੂੰ ਵੀ ਡਿਵੈਲਪ ਕੀਤਾ ਜਾ ਸਕੇ, ਔਰ ਸਾਖਰਤਾ ਦਰ ਹੈ ਜਿਹੜੀ ਉਹ ਵਧਾਈ ਜਾਵੇ। ਸੋ ਹੋਪ ਕਿ ਤੁਸੀਂ ਇਹ ਲੈਕਚਰ ਧਿਆਨ ਨਾਲ ਸੁਣਿਆ ਹੋਊਗਾ। ਰਿਵਾਈਜ਼ ਇਟ। ਥੈਂਕ ਯੂ।